ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਉਹ ਸਿੱਖ ਧਰਮ ਦੇ 10ਵੇਂ ਗੁਰੂ ਸਾਹਿਬ ਸਨ। ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਔਰ ਅੱਜ ਅਸੀਂ ਵਿਸਥਾਰਪੂਰਵਕ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ, ਉਹਨਾਂ ਦੀਆਂ ਜਿੱਤਾਂ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਾਂਗੇ। ਨਾਲ ਹੀ ਉਹਨਾਂ ਦੇ ਮੁੱਢਲੇ ਜੀਵਨ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਬਾਰੇ, ਜਿਸ ਦੇ ਵਿੱਚ ਉਹਨਾਂ ਤੋਂ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਮੁੱਢਲੇ ਜੀਵਨ ਦੇ ਬਾਰੇ। ਮੁੱਢਲੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਹੈ ਜਨਮ ਅਤੇ ਮਾਤਾ ਪਿਤਾ। ਵਿਦਿਆਰਥੀਓ, ਤੁਸੀਂ ਆਪਣੀਆਂ ਨੋਟਬੁੱਕਸ ਦੇ ਉੱਪਰ ਇੰਪੋਰਟੈਂਟ ਪੁਆਇੰਟਸ ਨੋਟ ਕਰਦੇ ਜਾਣੇ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਇੱਕ ਨੰਬਰ ਵਾਲੇ ਪ੍ਰਸ਼ਨ ਪੁੱਛੇ ਜਾਣਗੇ ਔਰ ਨਾਲ ਹੀ ਤੁਹਾਨੂੰ ਸ਼ਾਰਟ ਨੋਟ ਵੀ ਪੁੱਛਿਆ ਜਾ ਸਕਦਾ ਹੈ ਔਰ ਇਸ ਦੇ ਨਾਲ ਤੁਹਾਨੂੰ ਵੱਡੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ। ਜਨਮ ਅਤੇ ਮਾਤਾ ਪਿਤਾ। ਗੁਰੂ ਗੋਬਿੰਦ ਸਿੰਘ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ ਸੀ। ਆਪ ਜੀ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਸੀ ਔਰ ਗੁਰੂ ਗੋਬਿੰਦ ਸਿੰਘ ਦੇ ਜਨਮ ਦੇ ਸਮੇਂ ਆਪ ਦੇ ਪਿਤਾ ਮਿਰਜ਼ਾ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਦਾ ਦੌਰਾ ਕਰ ਰਹੇ ਸਨ। ਉੱਥੇ ਹੀ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਾ ਸ਼ੁਭ ਸਮਾਚਾਰ ਮਿਲਿਆ ਸੀ ਔਰ ਅਸਾਮ ਤੋਂ ਵਾਪਸ ਆ ਕੇ ਗੁਰੂ ਤੇਗ ਬਹਾਦਰ ਜੀ ਕੁਝ ਚਿਰ ਲਈ ਆਪਣੇ ਪਰਿਵਾਰ ਨਾਲ ਪਟਨਾ ਵਿੱਚ ਸਾਹਿਬ ਵਿਖੇ ਠਹਿਰੇ ਸੀ ਔਰ ਫਿਰ ਬਾਲਕ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਮਾਮਾ ਕਿਰਪਾਲ ਚੰਦ ਦੀ ਦੇਖਭਾਲ ਵਿੱਚ ਛੱਡ ਕੇ ਆਪ ਪੰਜਾਬ ਆ ਗਏ ਸੀ। ਔਰ ਇਸ ਤਰ੍ਹਾਂ ਆਪਣੀ ਉਮਰ ਦੇ ਮੁੱਢਲੇ ਕੁਝ ਸਾਲ ਬਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਮਾ ਕਿਰਪਾਲ ਚੰਦ ਦੀ ਸੰਗਤ ਦੇ ਵਿੱਚ ਹੀ ਗੁਜ਼ਾਰੇ ਸਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਮੁੱਢਲੇ ਜੀਵਨ ਦਾ ਸੈਕਿੰਡ ਪੁਆਇੰਟ ਹੈ ਬਚਪਨ। ਬਚਪਨ ਦੇ ਕੋਈ ਪਹਿਲੇ 6 ਸਾਲ ਉਹਨਾਂ ਨੇ ਪਟਨਾ ਸਾਹਿਬ ਵਿਖੇ ਗੁਜ਼ਾਰੇ ਸਨ। ਇੱਥੇ ਹੀ ਆਪ ਦੀਆਂ ਬਾਲ ਖੇਡਾਂ ਹੀ ਦੱਸਦੀਆਂ ਸਨ ਕਿ ਆਪ ਨੂੰ ਸ਼ੁਰੂ ਤੋਂ ਹੀ ਲੜਾਈਆਂ ਦਾ ਬਹੁਤ ਸ਼ੌਂਕ ਸੀ ਔਰ ਇੱਕ ਨੇਤਾ ਦੇ, ਇੱਕ ਲੀਡਰ ਦੇ ਗੁਣ ਉਹਨਾਂ ਦੇ ਵਿੱਚ ਸਨ ਕਿ ਉਹ ਬਚਪਨ ਦੇ ਵਿੱਚ ਟੋਲੀਆਂ ਬਣਾ ਕੇ ਬੱਚਿਆਂ ਦੀਆਂ 2 ਟੋਲੀਆਂ ਬਣਾ ਲੈਂਦੇ ਸਨ ਔਰ ਉਸ ਤਰ੍ਹਾਂ ਉਹ ਖੇਡਦੇ ਸਨ ਔਰ ਜਿਸ ਟੋਲੀ ਦੇ ਨੇਤਾ ਉਹ ਆਪ ਹੁੰਦੇ ਸਨ ਉਹੀ ਟੋਲੀ ਬਾਅਦ ਦੇ ਵਿੱਚ ਜੇਤੂ ਹੁੰਦੀ ਸੀ। ਇਸ ਤਰ੍ਹਾਂ ਬੱਚਿਆਂ ਦੇ ਝਗੜਿਆਂ ਦਾ ਨਿਪਟਾਰਾ ਕਰਾਉਣ ਲਈ ਉਹ ਕਚਹਿਰੀਆਂ ਵੀ ਲਗਾਉਂਦੇ ਸਨ, ਉਹ ਆਪ ਉਸ ਦੇ ਵਿੱਚ ਜੱਜ ਬਣਦੇ ਸਨ। ਇਸ ਕਰਕੇ ਅਤੇ ਫੈਸਲਾ ਵੀ ਉਹ ਪੂਰੇ ਇਨਸਾਫ ਦੇ ਨਾਲ ਉਸ ਸਮੇਂ ਕਰਦੇ ਸਨ। ਉਸ ਤੋਂ ਬਾਅਦ ਥਰਡ ਹੈ ਸਾਡੇ ਕੋਲ ਸਿੱਖਿਆ, ਐਜੂਕੇਸ਼ਨ। ਉਸ ਸਮੇਂ 1672 ਵਿੱਚ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਪਟਨਾ ਨੂੰ ਛੱਡ ਕੇ ਪੰਜਾਬ ਦੇ ਆਪਣਾ ਉੱਥੇ ਅਨੰਦਪੁਰ ਸਾਹਿਬ ਵਿਖੇ ਆ ਗਏ ਸੀਗੇ ਔਰ ਪਰਿਵਾਰ ਦੇ ਸਮੇਤ ਉੱਥੇ ਆ ਕੇ ਉਹ ਵਸ ਗਏ ਸੀਗੇ। ਉੱਥੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਸ਼ੁਰੂ ਹੋਈ ਔਰ ਆਪ ਦੀ ਸ਼ਸਤਰ ਵਿਦਿਆ, ਘੋੜਸਵਾਰੀ, ਕੁਸ਼ਤੀ ਆਦਿ ਸਿੱਖਿਆ ਲਈ ਇੱਕ ਰਾਜਪੂਤ ਬਜਰ ਸਿੰਘ ਅਧਿਆਪਕ ਦੇ ਰੂਪ ਵਿੱਚ ਰੱਖਿਆ ਗਿਆ ਔਰ ਪੀਰ ਮੁਹੰਮਦ ਪਾਸੋਂ ਆਪ ਨੇ ਫਾਰਸੀ ਦੀ ਸਿੱਖਿਆ ਲਈ। ਇਸ ਤਰ੍ਹਾਂ ਗੁਰਬਖਸ਼ ਸਿੰਘ ਪਾਸੋਂ ਆਪ ਨੇ ਪੰਜਾਬੀ ਸਿੱਖੀ ਅਤੇ ਪੰਡਿਤ ਹਰਜਸ ਪਾਸੋਂ ਆਪ ਨੇ ਹਿੰਦੀ ਅਤੇ ਸੰਸਕ੍ਰਿਤ ਦੀ ਸਿੱਖਿਆ ਵੀ ਦਾ ਗਿਆਨ ਉਹਨਾਂ ਨੇ ਪੂਰੀ ਤਰ੍ਹਾਂ ਲਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਪੁਆਇੰਟ, ਫੋਰਥ ਪੁਆਇੰਟ ਮੁੱਢਲੇ ਜੀਵਨ ਦਾ, ਪਿਤਾ ਦੀ ਸ਼ਹੀਦੀ। ਉਸ ਸਮੇਂ ਬਚਪਨ ਦੇ ਵਿੱਚ ਹੀ ਬਾਲਕ ਗੁਰੂ ਗੋਬਿੰਦ ਸਿੰਘ ਜੀ ਇੰਨੀ ਬੌਧਿਕ ਤੌਰ ਤੇ ਇੰਨੀ ਉન્નਤੀ ਕਰ ਚੁੱਕੇ ਸਨ ਕਿ 9 ਸਾਲ ਦੀ ਉਮਰ ਵਿੱਚ ਹੀ ਆਪ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੀ ਕੁਰਬਾਨੀ ਦੇਣ ਦੇ ਲਈ ਦਿੱਲੀ ਵੱਲ ਤੋਰਿਆ ਸੀ। ਤਾਂ ਮੁਗਲ ਸਮਰਾਟ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਬੁਲਾਇਆ ਅਤੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਤਾਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਇਹ ਸ਼ਹੀਦੀ ਉਸ ਸਮੇਂ ਇੰਨੀ ਜ਼ਿਆਦਾ ਮਹੱਤਤਾ ਰੱਖਦੀ ਸੀ ਕਿ ਉਸਨੇ ਸਿੱਖਾਂ ਦੇ ਵਿੱਚ ਐਸੇ ਗੁਣ ਪੈਦਾ ਕਰ ਚੁੱਕੇ ਸਨ ਕਿ ਇੱਕ ਤਾਂ ਉਹ ਆਪਣੇ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਹਿੰਦੂ ਧਰਮ ਦੀ ਰੱਖਿਆ ਦੇ ਲਈ ਔਰ ਇਸ ਦੇ ਨਾਲ ਆਪਣਾ ਉਸ ਸਮੇਂ ਉਹਨਾਂ ਨੂੰ ਇੱਕ ਜ਼ਰੂਰਤ ਮਹਿਸੂਸ ਹੋਈ ਸੀ ਕਿ ਉਹ ਮੁਗਲਾਂ ਨਾਲ ਟੱਕਰ ਚੰਗੀ ਤਰੀਕੇ ਨਾਲ ਲੈਣਾ ਚਾਹੁੰਦੇ ਸਨ। ਉਸ ਤੋਂ ਬਾਅਦ ਨੈਕਸਟ ਹੈ ਗੁਰਗੱਦੀ ਤੇ ਬਿਰਾਜਮਾਨ ਹੋਣਾ। ਪਿਤਾ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ 1675 ਈਸਵੀ ਵਿੱਚ ਸਿੱਖਾਂ ਦੇ 10ਵੇਂ ਗੁਰੂ ਦੇ ਰੂਪ ਵਿੱਚ ਗੁਰੂ ਗੱਦੀ ਤੇ ਬੈਠੇ।
ਭਾਵੇਂ ਆਪ ਦੀ ਉਮਰ ਬਹੁਤ ਛੋਟੀ ਸੀ ਪਰ ਆਪ ਅੰਦਰ ਲਗਨ ਸਾਹਸ ਜ਼ੁਲਮਾਂ ਵਿਰੁੱਧ ਇੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਸੀ ਕਿ ਆਪ ਨੇ ਉਸ ਸਮੇਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਉਹ ਮੁਗਲਾਂ ਨਾਲ ਟੱਕਰ ਲੈ ਸਕਣ ਔਰ ਉਹ ਜਾਣਦੇ ਸਨ ਕਿ ਸਿੱਖਾਂ ਵਿੱਚ ਆਤਮ ਬਲ ਅਤੇ ਸਾਹਸ ਭਰਨ ਦੀ ਲੋੜ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਵਿਆਹ। ਮੁੱਢਲੇ ਜੀਵਨ ਦੇ ਵਿੱਚ ਸਾਡਾ 6 ਪੁਆਇੰਟ ਹੈ ਵਿਆਹ ਦੇ ਬਾਰੇ। ਡਾਕਟਰ AC ਅਰੋੜਾ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 3 ਵਿਆਹ ਹੋਏ ਸਨ। ਉਹਨਾਂ ਨੇ ਪਹਿਲਾ ਵਿਆਹ 1677 ਈਸਵੀ ਨੂੰ ਲਾਹੌਰ ਦੇ ਰਹਿਣ ਵਾਲੇ ਹਰਜਸ ਦੀ ਸਪੁੱਤਰੀ ਜੀਤੋ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਸੀ। ਬਾਅਦ ਦੇ ਵਿੱਚ ਉਹਨਾਂ ਦਾ ਨਾਮ ਅਜੀਤ ਕੌਰ ਹੋ ਗਿਆ ਸੀ। ਇਸ ਤਰ੍ਹਾਂ ਦੂਜਾ ਵਿਆਹ ਆਪ ਦਾ ਸੁੰਦਰੀ ਜੀ ਨਾਲ 1684 ਈਸਵੀ ਵਿੱਚ ਹੋਇਆ ਸੀ ਔਰ ਅਜੀਤ ਕੌਰ ਦੇ ਸਵਰਗਵਾਸ ਹੋਣ ਪਿੱਛੋਂ ਗੁਰੂ ਜੀ ਨੇ ਤੀਜਾ ਵਿਆਹ ਉਹ ਸਾਹਿਬ ਦੇਵੀ ਪਿੰਡ ਸਾਹਿਬ ਕੌਰ ਨਾਲ 1701 ਈਸਵੀ ਦੇ ਵਿੱਚ ਕੀਤਾ ਸੀ। ਕੁਝ ਇਤਿਹਾਸਕਾਰਾਂ ਦੇ ਵਿਚਾਰ ਹੈ ਕਿ ਤਿੰਨੋਂ ਨਾਮ ਇੱਕ ਹੀ ਇਸਤਰੀ ਦੇ ਹਨ। ਸਾਹਿਬ ਕੌਰ ਨਾਲ ਵਿਆਹ ਇਸ ਸ਼ਰਤ ਤੇ ਕੀਤਾ ਗਿਆ ਸੀ ਕਿ ਵਿਆਹ ਤੋਂ ਪਿੱਛੋਂ ਉਹ ਇੱਕ ਕੁਆਰੀ ਇਸਤਰੀ ਵਾਂਗ ਰਹੇਗੀ ਔਰ ਡਾਕਟਰ ਅਰੋੜਾ ਦੇ ਅਨੁਸਾਰ ਸਿੱਖ ਪਰੰਪਰਾ ਵਿੱਚ ਸਾਹਿਬ ਕੌਰ ਨੂੰ ਕੁਆਰਾ ਡੋਲਾ ਆਖਿਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ 2 ਯੁੱਗ। ਅਸੀਂ ਇਸ ਤੋਂ ਪਹਿਲਾਂ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੇ ਮੁੱਢਲੇ ਜੀਵਨ ਦੇ ਬਾਰੇ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਦੇ ਜਨਮ ਅਤੇ ਮਾਤਾ ਪਿਤਾ, ਬਚਪਨ, ਸਿੱਖਿਆ, ਪਿਤਾ ਦੀ ਸ਼ਹੀਦੀ, ਗੁਰੂ ਗੱਦੀ ਤੇ ਬਿਰਾਜਮਾਨ ਹੋਣਾ ਅਤੇ ਉਹਨਾਂ ਦੇ ਵਿਆਹ ਦੇ ਬਾਰੇ ਅਸੀਂ ਜਾਣਿਆ। ਹੁਣ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ 2 ਯੁੱਗ। ਡਾਕਟਰ ਇੰਦੂ ਭੂਸ਼ਣ ਬੈਨਰਜੀ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ 2 ਭਾਗਾਂ ਵਿੱਚ ਵੰਡਿਆ ਹੈ। ਇੱਕ ਭਾਗ ਨੂੰ ਪੂਰਵ ਖਾਲਸਾ ਯੁੱਗ ਕਿਹਾ ਜਾਂਦਾ ਹੈ, ਦੂਸਰੇ ਨੂੰ ਉੱਤਰ ਖਾਲਸਾ ਯੁੱਗ ਕਿਹਾ ਜਾਂਦਾ ਹੈ। ਇਸ ਦੇ ਵਿੱਚ ਇਹ 2 ਭਾਗਾਂ ਦੇ ਵਿੱਚ ਵਿਦਿਆਰਥੀਓ ਇਸ ਕਰਕੇ ਵੰਡਿਆ ਗਿਆ ਹੈ ਕਿਉਂਕਿ ਖਾਲਸਾ ਦੀ ਸਥਾਪਨਾ, ਖਾਲਸਾ ਪੰਥ ਦੀ ਸਥਾਪਨਾ 1699 ਈਸਵੀ ਦੇ ਵਿੱਚ ਹੋਈ ਸੀ ਔਰ 1699 ਈਸਵੀ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ ਉਸ ਨੂੰ ਪੂਰਵ ਖਾਲਸਾ ਯੁੱਗ ਕਿਹਾ ਜਾਂਦਾ, ਭਾਵ ਖਾਲਸਾ ਤੋਂ ਪਹਿਲਾਂ ਦਾ ਸਮਾਂ। ਇਸੇ ਕਰਕੇ ਇਸ ਦਾ ਸਮਾਂ 1675 ਤੋਂ 1699 ਈਸਵੀ ਮਿਥਿਆ ਗਿਆ ਹੈ ਔਰ ਉਸ ਤੋਂ ਬਾਅਦ ਹੈ ਉੱਤਰ ਖਾਲਸਾ ਯੁੱਗ 1699 ਤੋਂ 1707 ਈਸਵੀ, ਭਾਵ ਖਾਲਸਾ ਦੀ ਸਥਾਪਨਾ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਉਸ ਨੂੰ ਉੱਤਰ ਖਾਲਸਾ ਯੁੱਗ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਹਿਲਾਂ ਪਹਿਲੇ ਯੁੱਗ ਦੇ ਬਾਰੇ, ਪੂਰਵ ਖਾਲਸਾ ਯੁੱਗ ਬਾਰੇ ਜਾਣਕਾਰੀ ਹਾਸਲ ਕਰਾਂਗੇ। ਪੂਰਵ ਖਾਲਸਾ ਯੁੱਗ ਔਰ ਉੱਤਰ ਖਾਲਸਾ ਯੁੱਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਤੁਹਾਨੂੰ ਨਕਸ਼ਾ ਦਿਖਾਇਆ ਗਿਆ ਹੈ ਪੁਰਾਣੇ ਪੰਜਾਬ ਦਾ, 1947 ਤੋਂ ਪਹਿਲਾਂ ਦਾ ਪੰਜਾਬ, ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਔਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਵਿੱਚ ਇਹ ਤੁਸੀਂ ਦੇਖੋ ਕਿ ਪਹਿਲਾਂ ਤਾਂ ਚਾਰੇ ਪਾਸੇ ਇਹਨਾਂ ਦੀਆਂ ਬਾਉਂਡਰੀ ਸਨ। ਅਫਗਾਨਿਸਤਾਨ, ਨੀਚੇ ਬਲੋਚਿਸਤਾਨ ਹੈ ਔਰ ਇਸ ਦੇ ਨਾਲ ਹੀ ਨੀਚੇ ਸਿੰਧ ਹੈ, ਰਾਜਸਥਾਨ ਹੈ, ਉੱਤਰ ਪ੍ਰਦੇਸ਼ ਹੈ ਔਰ ਇਹ ਵਿੱਚ ਰਿਵਰਸ ਦਿਖਾਏ ਗਏ ਹਨ, ਦਰਿਆ। ਇਹ ਸਿੰਧ ਦਰਿਆ ਹੈ, ਇਸ ਦੇ ਨਾਲ ਨੀਚੇ ਜੇਹਲਮ ਹੈ, ਜੇਹਲਮ ਤੋਂ ਬਾਅਦ ਚਿਨਾਬ ਹੈ, ਚਿਨਾਬ ਤੋਂ ਬਾਅਦ ਰਾਵੀ ਹੈ, ਉਸ ਤੋਂ ਬਾਅਦ ਸਤਲੁਜ ਹੈ ਔਰ ਬਿਆਸ ਹੈ। ਔਰ ਇਸ ਦੇ ਵਿੱਚ ਤੁਸੀਂ ਦੇਖੋ ਕਿ ਇਹ ਏਰੀਆ, ਇਸ ਏਰੀਆ ਦੇ ਵਿੱਚ ਹੀ ਸਾਰੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਹੋਈਆਂ ਸੀ। ਇਸ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪਹਿਲਾਂ ਹੈ ਭੰਗਾਣੀ ਦੀ ਲੜਾਈ, ਇਸੇ ਤਰ੍ਹਾਂ ਨੰਦੌਣ ਦੀ ਲੜਾਈ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ, ਅਨੰਦਪੁਰ ਸਾਹਿਬ ਦੀ ਦੂਜੀ ਲੜਾਈ, ਇਸੇ ਤਰ੍ਹਾਂ ਖਿਦਰਾਣਾ ਦੀ ਲੜਾਈ। ਤਾਂ ਅਸੀਂ ਦੇਖਦੇ ਹਾਂ ਕਿ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਗਏ ਸਨ। ਤਾਂ ਇਹ ਸਾਰੇ ਪਲੇਸਿਸ ਔਰ ਵਿਦਿਆਰਥੀਓ ਇਸ ਦੇ ਨਾਲ ਤੁਸੀਂ ਦੇਖੋ ਕਿ ਇਹ ਨਾਲ ਸਨ ਵੀ ਲਿਖੇ ਹੋਏ ਹਨ ਲੜਾਈਆਂ ਦੇ, ਕਿਸ ਕਿਸ ਤਰ੍ਹਾਂ ਲੜਾਈਆਂ ਹੋਈਆਂ ਸਨ ਔਰ ਉਸ ਦੇ ਬਾਰੇ ਅਸੀਂ ਵਿਸਥਾਰ ਪੂਰਵਕ ਇਸ ਤੋਂ ਬਾਅਦ ਜਾਣਾਂਗੇ। ਇਹ ਤੁਸੀਂ ਦੇਖੋ ਕਿ ਇਹਨਾਂ ਲੜਾਈਆਂ ਦੇ ਬਾਰੇ ਵਿੱਚ ਤੁਹਾਨੂੰ ਸਾਨੂੰ ਇੱਕ ਨਕਸ਼ਾ ਵੀ ਆਉਣਾ ਹੈ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਫਸਟ ਸਮੈਸਟਰ ਦੇ ਵਿੱਚ 2 ਨਕਸ਼ੇ, 2 ਮਾਨਚਿੱਤਰ ਤੁਹਾਨੂੰ ਆਉਣਗੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਹਨ, ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਅਤੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ। ਔਰ ਸੇਮ ਇਹ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਕਿਉਂਕਿ ਥਿਊਰੀ ਦੇ ਵਿੱਚ ਇਸ ਪੱਖੋਂ ਵੀ ਔਰ ਨਕਸ਼ੇ ਦੇ ਪੱਖੋਂ ਵੀ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਹਿਲਾਂ ਉਹਨਾਂ ਦੇ ਪਹਿਲੇ 1675 ਤੋਂ 1699 ਈਸਵੀ ਤੱਕ ਦਾ ਸਮਾਂ ਜਿਸ ਨੂੰ ਪੂਰਵ ਖਾਲਸਾ ਯੁੱਗ ਕਿਹਾ ਜਾਂਦਾ ਹੈ। ਇਸ ਪੂਰਵ ਖਾਲਸਾ ਯੁੱਗ ਦੇ ਬਾਰੇ ਅਸੀਂ ਪਹਿਲਾਂ ਜਾਣਕਾਰੀ ਹਾਸਲ ਕਰਦੇ ਹਾਂ। ਉਮੀਦ ਹੈ ਕਿ ਤੁਸੀਂ ਇਹ ਚੰਗੇ ਤਰੀਕੇ ਨਾਲ ਨਕਸ਼ੇ ਨੂੰ ਦੇਖ ਲਿਆ ਹੋਣਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪੂਰਵ ਖਾਲਸਾ ਯੁੱਗ
1675 ਤੋਂ 1699 ਈਸਵੀ, ਜਿਸ ਦੇ ਵਿੱਚ ਪਹਿਲਾ ਪੁਆਇੰਟ ਹੈ ਸਾਡੇ ਕੋਲ ਆਨੰਦਪੁਰ ਤੋਂ ਪਾਉਂਟਾ ਵਿਖੇ ਜਾਣਾ। ਕੁਝ ਚਿਰ ਆਨੰਦਪੁਰ ਰਹਿ ਕੇ ਗੁਰੂ ਜੀ ਨੇ ਫੌਜੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਨਜ਼ਰਾਨੇ, ਘੋੜੇ ਤੇ ਹਥਿਆਰ ਦੇ ਰੂਪ ਵਿੱਚ ਲਿਆਉਣ। ਨਾਲ ਹੀ ਇਹ ਵੀ ਹੁਕਮ ਦਿੱਤਾ ਕਿ ਜਿਸ ਸਿੱਖ ਦੇ 4 ਪੁੱਤਰ ਹਨ ਉਹ ਉਹਨਾਂ ਦੇ ਵਿੱਚੋਂ 2 ਗੁਰੂ ਗੋਬਿੰਦ ਸਿੰਘ ਦੀ ਸੈਨਾ ਵਿੱਚ ਭੇਜ ਦੇਣ। ਇਸ ਤਰ੍ਹਾਂ ਸੈਨਾ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਸੀ। ਔਰ ਉਧਰ ਗੁਰੂ ਜੀ ਨੇ ਸੋਚਿਆ ਕਿ ਮੁਗਲ ਬਾਦਸ਼ਾਹ ਦੇ ਕ੍ਰੋਧ ਤੋਂ ਬਚਣ ਲਈ ਆਨੰਦਪੁਰ ਛੱਡ ਦਿੱਤਾ ਜਾਵੇ। ਤਾਂ ਦੂਜਾ ਬਿਲਾਸਪੁਰ ਦਾ ਰਾਜਾ ਭੀਮ ਚੰਦ ਉਹ ਗੁਰੂ ਜੀ ਨਾਲ ਈਰਖਾ ਰੱਖਣ ਲੱਗ ਪਿਆ ਸੀ। ਇਸ ਤਰ੍ਹਾਂ ਨਾਹਨ ਹਿਮਾਚਲ ਦੇ ਰਾਜੇ ਦੇ ਸੱਦੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਵਿਖੇ ਚਲੇ ਗਏ ਸਨ। ਨੈਕਸਟ ਹੈ ਸਾਡੇ ਕੋਲ ਪਾਉਂਟਾ ਵਿਖੇ ਮਨੋਵਿਗਿਆਨਿਕ ਅਤੇ ਸੈਨਿਕ ਤਿਆਰੀਆਂ। ਪਾਉਂਟਾ, ਜਿਸ ਨੂੰ ਕਿ ਅੱਜ ਕੱਲ੍ਹ ਪਾਉਂਟਾ ਸਾਹਿਬ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਪਾਉਂਟਾ ਦਾ ਅਰਥ ਹੈ ਪੈਰ ਰੱਖਣ ਦਾ ਸਥਾਨ, ਕਿ ਇਹ ਨਗਰ ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ ਸੀ। ਉਹਨਾਂ ਨੇ ਉਸ ਸਮੇਂ ਇੱਕ ਨਮਨੀਕ ਜਗ੍ਹਾ ਦੇ ਉੱਪਰ ਉਹਨਾਂ ਨੇ ਉਹ ਜਗ੍ਹਾ ਨੂੰ ਉਹ ਆਪਣੇ ਲਈ ਉੱਥੇ ਰਹਿਣ ਦੇ ਲਈ ਉਹ ਸਥਾਨ ਸੋਚਿਆ ਸੀ ਕਿ ਉੱਥੇ ਉਹ ਗੁਰੂ ਜੀ ਰਹਿਣਗੇ। ਇਸੇ ਕਰਕੇ ਉਸ ਦਾ ਨਾਮ ਪਾਉਂਟਾ, ਜਿੱਥੇ ਗੁਰੂ ਜੀ ਨੇ ਪੈਰ ਰੱਖੇ, ਉਸ ਦਾ ਨਾਮ ਪਾਉਂਟਾ ਸਾਹਿਬ ਹੋ ਗਿਆ ਸੀ। ਔਰ ਉਸ ਸਮੇਂ ਗੁਰੂ ਜੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਕਿਸ ਤਰ੍ਹਾਂ ਮਨੁੱਖਤਾ ਉੱਤੇ ਜਿਹੜੇ ਅਤਿਆਚਾਰ ਹੋ ਰਹੇ ਸੀ ਉਸ ਸਮੇਂ, ਉਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਉਸ ਸਮੇਂ ਦੇ ਸਮਾਜ ਦਾ ਜਿਹੜਾ ਸੀ ਉਹ 2 ਮੁੱਖ ਮੁਸੀਬਤਾਂ ਵਿੱਚ ਫਸਿਆ ਹੋਇਆ ਸੀ। ਇੱਕ ਤਾਂ ਰਾਜਨੀਤਿਕ ਕਠੋਰਤਾ ਸੀ ਜੋ ਮੁਸਲਮਾਨ ਰਾਜ ਕਰਕੇ ਸੀ, ਔਰ ਦੂਜੀ ਧਾਰਮਿਕ ਲਾਹਨਤ ਸੀ ਜਿਸ ਵਿੱਚ ਬ੍ਰਾਹਮਣ ਲੋਕਾਂ ਦੀ ਮੂਰਖਤਾ ਤੇ ਅਨਪੜ੍ਹਤਾ ਤੋਂ ਲਾਭ ਉਠਾ ਕੇ ਉਸ ਸਮੇਂ ਉਹਨਾਂ ਨੂੰ ਗਲਤ ਰਸਮੋ ਰਿਵਾਜ ਪ੍ਰਵਾਨ ਕਰਨ ਤੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਤੇ ਡਾਕਟਰ ਗੰਡਾ ਸਿੰਘ ਨੇ ਲਿਖਿਆ ਕਿ ਰਾਜਨੀਤਿਕ ਕਠੋਰਤਾ ਮਤਭੇਦ ਵਾਲੀ ਤਾਂ ਸੀ, ਪਰ ਉਹ ਸਥਾਈ ਨਹੀਂ ਸੀ। ਪਰ ਉਸ ਦੇ ਮੁਕਾਬਲੇ ਵਿੱਚ ਧਾਰਮਿਕ ਕਠੋਰਤਾ ਅਸਥਾਰਨ ਅਤੇ ਸਥਾਈ ਰੂਪ ਵਿੱਚ ਜੜ੍ਹਾਂ ਫੜ ਚੁੱਕੀ ਸੀ। ਪਾਉਂਟਾ ਸਾਹਿਬ ਵਿਖੇ ਗੁਰੂ ਜੀ ਨੇ ਸੋਚਿਆ ਕਿ ਸਾਹਿਤ ਦੀ ਰਚਨਾ ਹੀ ਇਹਨਾਂ ਸਭ ਚੀਜ਼ਾਂ ਦਾ ਹੱਲ ਹੋ ਸਕਦੀ ਹੈ। ਤਾਂ ਉਹਨਾਂ ਨੇ ਉਸ ਸਮੇਂ ਆਪਣੇ ਦਰਬਾਰ ਦੇ ਵਿੱਚ 52 ਕਵੀ ਰੱਖੇ ਹੋਏ ਸਨ। ਉਹਨਾਂ ਨੇ ਉਸ ਸਮੇਂ ਰਾਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਉਹ ਸਿੱਖਾਂ ਦੇ ਵਿੱਚ ਜੋਸ਼ ਪੈਦਾ ਕਰਨ ਦੇ ਲਈ ਉਹਨਾਂ ਨੂੰ ਸੁਣਾਈਆਂ ਸਨ। ਇਸ ਤਰ੍ਹਾਂ ਉਹਨਾਂ ਦਾ ਮੁੱਖ ਉਦੇਸ਼ ਸੀ ਕਿ ਉਸ ਸਮੇਂ ਦੇ ਲੋਕਾਂ ਦੇ ਵਿੱਚ ਬੈਠੇ ਹੋਏ ਡਰ ਨੂੰ ਦੂਰ ਕਰਕੇ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰਿਆ ਜਾ ਸਕੇ। ਇਸ ਤਰ੍ਹਾਂ ਉਹਨਾਂ ਨੇ ਉਸ ਸਮੇਂ ਸਿੱਖਾਂ ਨੂੰ ਆਪਣੇ ਵੱਲੋਂ ਅਲੱਗ ਤਰ੍ਹਾਂ ਦੀ ਟ੍ਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਤਰ੍ਹਾਂ ਇਹ ਤਾਂ ਅਸੀਂ ਦੇਖਿਆ ਕਿ ਪਾਉਂਟਾ ਵਿਖੇ ਮਨੋਵਿਗਿਆਨਿਕ ਅਤੇ ਸੈਨਿਕ ਤਿਆਰੀਆਂ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਪੂਰਵ ਖਾਲਸਾ ਯੁੱਗ ਦਾ 3rd ਪੁਆਇੰਟ ਹੈ ਭੰਗਾਣੀ ਦੀ ਲੜਾਈ 1688 ਈਸਵੀ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਨਾਲ ਨਫ਼ਰਤ ਕਰਨ ਲੱਗ ਪਏ ਸਨ। ਉਹ ਬਹੁਤ ਇਸ ਚੀਜ਼ ਨਾਲ ਦੁਖੀ ਹੋ ਗਏ ਕਿ ਉਹਨਾਂ ਦੇ ਵਿੱਚੋਂ ਬਿਲਾਸਪੁਰ ਦਾ ਰਾਜਾ ਭੀਮ ਚੰਦ ਅਤੇ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਈਰਖਾ ਦੀ ਅੱਗ ਵਿੱਚ ਸੜ ਉੱਠਿਆ ਸੀ। ਔਰ ਉਹਨਾਂ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਹਮਲਾ ਕਰ ਦਿੱਤਾ ਸੀ। ਔਰ ਇਸ ਹਮਲੇ ਦੇ ਵਿੱਚ ਪਹਿਲਾਂ ਤਾਂ ਪਹਾੜੀ ਰਾਜਿਆਂ ਦਾ ਪਲੜਾ ਭਾਰੀ ਰਿਹਾ ਸੀ, ਕਿਉਂਕਿ ਗੁਰੂ ਜੀ ਦੇ ਪਠਾਨ ਪਹਾੜੀ ਰਾਜੇ ਨਾਲ ਜਾ ਕੇ ਮਿਲ ਗਏ ਸਨ, ਪਰ ਸਿੱਖਾਂ ਨੇ ਹੌਸਲਾ ਨਹੀਂ ਛੱਡਿਆ ਔਰ ਉਹ ਉਸੇ ਤਰ੍ਹਾਂ ਹੀ ਡਟੇ ਰਹੇ। ਇਸ ਤਰ੍ਹਾਂ ਬਾਅਦ ਦੇ ਵਿੱਚ ਉਸ ਸਮੇਂ ਸਡੌਰੇ ਦਾ ਪੀਰ ਬੁੱਧੂ ਸ਼ਾਹ ਆ ਕੇ ਗੁਰੂ ਜੀ ਦੀਆਂ ਫੌਜਾਂ ਨਾਲ ਮਿਲ ਗਿਆ ਸੀ। ਔਰ ਇਸ ਤਰ੍ਹਾਂ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਯੁੱਧ ਦੇ ਵਿੱਚ ਜੇਤੂ ਰਹੇ ਸਨ। ਔਰ ਜਿੱਤ ਦਾ ਪਹਾੜੀ ਰਾਜਿਆਂ ਦੇ ਉੱਪਰ ਬਹੁਤ ਹੀ ਡੂੰਘਾ ਪ੍ਰਭਾਵ ਪਿਆ। ਉਹਨਾਂ ਗੁਰੂ ਜੀ ਦੀ ਵਿਰੋਧਤਾ ਛੱਡ ਕੇ ਉਹਨਾਂ ਨਾਲ ਮਿੱਤਰਤਾ ਸਥਾਪਿਤ ਕਰ ਲਈ ਸੀ। ਔਰ ਇਸ ਤਰ੍ਹਾਂ ਲੜਾਈ ਤੋਂ ਪਿੱਛੋਂ ਗੁਰੂ ਜੀ ਆਨੰਦਪੁਰ ਆ ਗਏ ਤਾਂ ਉਹਨਾਂ ਨੇ 4 ਕਿਲੇ ਆਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ ਅਤੇ ਫਤਿਹਗੜ੍ਹ ਤਿਆਰ ਕਰਵਾਏ ਸਨ। ਉਸ ਤੋਂ ਬਾਅਦ ਨੈਕਸਟ ਹੈ ਨੰਦੌਣ ਦਾ ਯੁੱਗ। ਨੰਦੌਣ ਦਾ ਯੁੱਧ 1690 ਈਸਵੀ ਕਿ ਪਹਾੜੀ ਰਾਜਿਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਲਈ ਸੀ ਤਾਂ ਉਹਨਾਂ ਨੇ ਉਸ ਸਮੇਂ ਮੁਗਲ ਬਾਦਸ਼ਾਹ ਨੂੰ ਲਗਾਨ ਦੇਣਾ ਬੰਦ ਕਰ ਦਿੱਤਾ ਸੀਗਾ। ਔਰ ਉਸ ਸਮੇਂ ਆਸਿਫ ਖਾਂ ਦੇ ਅਧੀਨ ਇਸ ਕਰਕੇ ਸਰਹੰਦ ਦੇ ਮੁਗਲ ਗਵਰਨਰ ਨੇ ਪਹਾੜੀ ਰਾਜਿਆਂ ਦੇ ਵਿਰੁੱਧ ਲੜਨ ਦੇ ਲਈ ਆਸਿਫ ਖਾਂ ਨੂੰ ਭੇਜਿਆ ਸੀ। ਔਰ ਉਸਤੇ ਬਾਅਦ ਦੇ ਵਿੱਚ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿਚਕਾਰ ਨੰਦੌਣ ਦੇ ਸਥਾਨ ਤੇ ਇੱਕ ਘਮਾਸਾਨ ਯੁੱਧ ਹੋਇਆ ਸੀ। ਔਰ ਉਸ ਯੁੱਧ ਦੇ ਵਿੱਚ ਉਸ ਸਮੇਂ ਕਿਉਂਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਸੀ, ਕਿਉਂਕਿ ਬਾਅਦ ਦੇ ਵਿੱਚ ਉਸ ਸਮੇਂ ਉਸ ਲੜਾਈ ਦੇ ਵਿੱਚ ਮੁਗਲਾਂ ਨੂੰ ਆਪਣਾ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਉਸ ਤੋਂ ਬਾਅਦ ਨੈਕਸਟ ਹੈ ਖਾਲਸਾ ਦੀ ਸਥਾਪਨਾ 1699 ਈਸਵੀ।
ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸਮੇਂ ਆਪਣੇ ਸਿੱਖਾਂ ਨੂੰ ਮਾਨਸਿਕ ਰੂਪ ਵਿੱਚ ਆਉਣ ਵਾਲੀਆਂ ਔਕੜਾਂ ਲਈ ਤਿਆਰ ਕਰ ਲਿਆ ਤਾਂ ਉਹਨਾਂ ਨੇ ਆਪਣੇ ਸਿੱਖਾਂ ਦੇ ਵਿੱਚ ਇੱਕ ਨਵਾਂ ਸੰਚਾਰ ਕਰਨਾ ਚਾਹਿਆ ਸੀ ਨਵੇਂ ਜੀਵਨ ਦਾ। ਤਾਂ ਆਪਣੇ ਸਵੈਮਾਨ, ਇੱਜ਼ਤ, ਧਰਮ, ਧਨ ਅਤੇ ਸੰਪਤੀ ਦੀ ਰੱਖਿਆ ਲਈ ਅਤਿਆਚਾਰੀ ਰਾਜ ਦੇ ਵਿਰੁੱਧ ਤਲਵਾਰ ਫੜਨ ਦੇ ਲਈ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਧਾਰਨ ਕਰਨਾ ਚਾਹਿਆ। ਔਰ ਇਸ ਕਰਕੇ ਉਹਨਾਂ ਨੇ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਅਨੰਦਪੁਰ ਸਾਹਿਬ ਵਿਖੇ ਇੱਕ ਭਾਰੀ ਦੀਵਾਨ ਸਜਾਇਆ ਸੀ, ਜਿਸ ਦੇ ਵਿੱਚ ਲਗਭਗ 80,000 ਲੋਕਾਂ ਦੇ ਇੱਕ ਭਾਰੀ ਇਕੱਠ ਹੋਇਆ ਸੀ। ਔਰ ਉਸ ਦੇ ਵਿੱਚ ਉਹਨਾਂ ਨੇ ਪੂਰੇ ਇਕੱਠ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ 5 ਸਿਰਾਂ ਦੀ ਮੰਗ ਕੀਤੀ ਸੀ। ਔਰ ਉਹਨਾਂ ਤੋਂ ਬਾਅਦ ਦੇ ਵਿੱਚ ਪਹਿਲਾਂ ਉਹਨਾਂ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਸੀ, ਬਾਅਦ ਦੇ ਵਿੱਚ ਉਹਨਾਂ ਤੋਂ ਖੁਦ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ। ਇਸ ਤਰ੍ਹਾਂ ਉਹਨਾਂ ਨੇ ਖਾਲਸਾ ਦੀ ਸਥਾਪਨਾ ਕੀਤੀ ਸੀ ਔਰ ਇੱਥੇ ਸਿੱਖਾਂ ਨੂੰ ਤਲਵਾਰ ਧਾਰਨ ਕਰਨ ਦੀ ਆਗਿਆ ਦਿੱਤੀ ਔਰ ਇੱਕ ਨਵੀਂ ਸ਼੍ਰੇਣੀ ਸੰਤ ਸਿਪਾਹੀ ਉਹ ਬਣ ਗਈ ਸੀ ਉਸ ਸਮੇਂ। ਔਰ ਜ਼ੁਲਮ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਉਣ ਲਈ ਕਿ ਜ਼ੁਲਮ ਨਾ ਸਹਿਣ ਦੇ ਲਈ ਉਹਨਾਂ ਨੂੰ ਸਿੱਖਾਂ ਨੂੰ ਪ੍ਰੇਰਨਾ ਦਿੱਤੀ ਸੀ ਉਸ ਸਮੇਂ। ਇਸ ਤਰ੍ਹਾਂ ਇਹ ਤਾਂ ਸੀ ਪੂਰਵ ਖਾਲਸਾ ਯੁੱਗ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਉੱਤਰ ਖਾਲਸਾ ਯੁੱਗ 1699 ਤੋਂ 1707 ਈਸਵੀ। ਭਾਵ ਖਾਲਸਾ ਦੀ ਸਥਾਪਨਾ ਜਦੋਂ ਹੋ ਗਈ ਸੀ ਤਾਂ ਖਾਲਸਾ ਦੀ ਸਥਾਪਨਾ ਤੋਂ ਬਾਅਦ ਪਹਿਲੀ ਲੜਾਈ ਹੈ ਆਨੰਦਪੁਰ ਦੀ ਪਹਿਲੀ ਲੜਾਈ 1721 ਈਸਵੀ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਥਾਪਨਾ ਨੂੰ ਪਹਾੜੀ ਰਾਜਿਆਂ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਦੀ ਸਥਾਪਨਾ ਕੀਤੀ ਸੀ ਤਾਂ ਪਹਾੜੀ ਰਾਜਿਆਂ ਨੇ ਇਸ ਲਈ ਬਹੁਤ ਬੁਰਾ ਸਮਝਿਆ ਸੀ, ਉਹ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਏ ਸੀ। ਔਰ ਇਹਨਾਂ ਦੇ ਵਿੱਚੋਂ ਬਿਲਾਸਪੁਰ ਦੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਲਗਾਨ ਮੰਗਿਆ ਸੀ ਔਰ ਗੁਰੂ ਗੋਬਿੰਦ ਸਿੰਘ ਨੇ ਨਾ ਕਰ ਦਿੱਤੀ ਸੀ। ਤਾਂ ਬਿਲਾਸਪੁਰ ਦੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ ਸੀ ਔਰ ਗੁਰੂ ਜੀ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ ਤਾਂ ਉੱਥੋਂ ਦੇ ਰਾਜੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਆਨੰਦਪੁਰ ਦੀ ਦੂਜੀ ਲੜਾਈ 1704 ਈਸਵੀ। ਪਹਿਲੀ ਹਾਰ ਨੇ ਪਹਾੜੀ ਰਾਜਿਆਂ ਅੰਦਰ ਬਹੁਤ ਹੀ ਨਫ਼ਰਤ ਅਤੇ ਈਰਖਾ ਦੀ ਅੱਗ ਭੜਕਾ ਦਿੱਤੀ ਸੀ ਔਰ ਉਹਨਾਂ ਔਰੰਗਜ਼ੇਬ ਕੋਲੋਂ ਸਹਾਇਤਾ ਮੰਗੀ। ਔਰੰਗਜ਼ੇਬ ਨੇ ਸਰਹੰਦ ਦੇ ਨਵਾਬ ਨੂੰ ਭਾਰੀ ਫੌਜ ਦੇ ਨਾਲ ਗੁਰੂ ਜੀ ਦੀ ਸ਼ਕਤੀ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਔਰ 1704 ਈਸਵੀ ਵਿੱਚ ਆਨੰਦਪੁਰ ਨੂੰ ਪੱਕੀ ਤਰ੍ਹਾਂ ਉਸ ਸਮੇਂ ਘੇਰ ਲਿਆ ਗਿਆ ਔਰ ਗੁਰੂ ਜੀ ਆਪਣੇ ਸਿੱਖਾਂ ਦੀ ਬੇਨਤੀ ਤੇ ਆਨੰਦਪੁਰ ਛੱਡ ਗਏ ਸਨ। ਔਰ ਉਹਨਾਂ ਦੇ ਛੋਟੇ 2 ਪੁੱਤਰ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਹੱਥ ਵਿੱਚ ਆ ਗਏ ਸਨ ਔਰ ਉਹਨਾਂ 2 ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਹੀ ਉਹ ਕੰਧਾਂ ਦੇ ਵਿੱਚ, ਦੀਵਾਰਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਥਰਡ ਹੈ ਸਾਡੇ ਕੋਲ ਚਮਕੌਰ ਦੀ ਲੜਾਈ 1705 ਈਸਵੀ। ਆਨੰਦਪੁਰ ਨੂੰ ਛੱਡ ਕੇ ਗੁਰੂ ਜੀ ਨਦੀ ਪਾਰ ਕਰਕੇ ਚਮਕੌਰ ਸਾਹਿਬ ਪੁੱਜੇ ਅਤੇ ਚਮਕੌਰ ਪੁੱਜੇ ਤਾਂ ਉੱਥੇ ਮੁਗਲ ਸੈਨਾ ਨੇ ਵੀ ਆਪ ਨੂੰ ਆ ਕੇ ਘੇਰ ਲਿਆ ਸੀ ਔਰ ਉਸ ਤੋਂ ਬਾਅਦ ਉਹ ਚਮਕੌਰ ਸਾਹਿਬ ਵਿਖੇ ਉਹਨਾਂ ਦੇ ਉਸ ਸਮੇਂ ਉਹਨਾਂ ਦਾ ਵੱਡਾ ਬੇਟਾ ਔਰ ਉਹਨਾਂ ਦੇ 2 ਵੱਡੇ ਬੇਟੇ ਔਰ ਕੁਝ ਸਿੱਖ ਉਹਨਾਂ ਦੇ ਨਾਲ ਸਨ ਔਰ ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ ਵੀ ਉਹ ਉਸ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਸੀ। ਇਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਖਿਦਰਾਣਾ ਦੀ ਲੜਾਈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅੰਤਰੀ ਲੜਾਈ 29 ਦਸੰਬਰ 1705 ਈਸਵੀ ਨੂੰ ਖਿਦਰਾਣਾ ਵਿਖੇ ਕੀਤੀ ਸੀ ਔਰ ਇਸ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ 40 ਸਿੱਖ ਜਿਹੜੇ ਕਿ ਬਦਾਵਾ ਦੇ ਗਏ ਸਨ ਉਹ ਵੀ ਗੁਰੂ ਜੀ ਨਾਲ ਆਣ ਮਿਲੇ ਸਨ ਔਰ ਗੁਰੂ ਜੀ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਜੋਤੀ ਜੋਤ ਜਿਹਦੇ ਗੁਰੂ ਉਸ ਸਮੇਂ ਗੁਰੂ ਜੀ ਉਹਨਾਂ 40 ਸਿੱਖਾਂ ਨੂੰ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਦੇ ਲਈ ਮੁਕਤੀ ਲਈ ਅਰਦਾਸ ਵੀ ਕੀਤੀ ਸੀ। ਇਸ ਕਰਕੇ ਉਸ ਖਿਦਰਾਣਾ ਦਾ ਨਾਮ ਮੁਕਤਸਰ ਪੈ ਗਿਆ ਸੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਆ ਗਏ ਸਨ। ਇੱਥੇ ਆ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਕੀਤਾ ਸੀਗਾ ਔਰ ਉਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਬਾਣੀ ਜੀ ਨੂੰ ਵੀ ਦਰਜ ਕਰ ਲਿਆ ਸੀ। ਇਸੇ ਕਰਕੇ ਇਸ ਸਥਾਨ ਨੂੰ ਗੁਰੂ ਕੀ ਕਾਂਸ਼ੀ ਵੀ ਕਿਹਾ ਜਾਂਦਾ ਹੈ। ਔਰ ਉਸ ਤੋਂ ਬਾਅਦ ਹੈ ਨੈਕਸਟ ਗੁਰੂ ਜੀ ਦਾ ਜੋਤੀ ਜੋਤ ਸਮਾਉਣਾ 1708 ਈਸਵੀ ਔਰ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਔਰ ਇਸ ਤੋਂ ਪਹਿਲਾਂ 1707 ਈਸਵੀ ਦੇ ਵਿੱਚ ਮੁਗਲ ਸਮਰਾਟ ਔਰੰਗਜ਼ੇਬ ਦੀ ਮੌਤ ਹੋ ਗਈ ਸੀ ਔਰ ਬਹਾਦਰ ਸ਼ਾਹ ਉਹ ਗੱਦੀ ਤੇ ਬੈਠੇ ਸੀ ਔਰ ਬਹਾਦਰ ਸ਼ਾਹ ਦੇ ਸੰਬੰਧ ਗੁਰੂ ਗੋਬਿੰਦ ਸਿੰਘ ਨਾਲ ਚੰਗੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਬਹਾਦਰ ਸ਼ਾਹ ਨਾਲ ਦੱਖਣ ਵੱਲ ਜਾ ਰਹੇ ਸਨ ਤਾਂ ਹੈਦਰਾਬਾਦ ਵਿੱਚ ਨੰਦੇੜ ਦੇ ਸਥਾਨ ਉੱਤੇ ਆਰਾਮ ਕਰਦੇ ਹੋਇਆਂ ਇੱਕ ਕਿਸੇ ਪਠਾਨ ਨੇ ਗੁਰੂ ਜੀ ਨੂੰ ਜ਼ਖਮੀ ਕਰ ਦਿੱਤਾ ਸੀ, ਹਮਲਾ ਕਰ ਦਿੱਤਾ ਸੀ ਗੁਰੂ ਜੀ ਤੇ ਔਰ ਉਸੇ ਜ਼ਖਮਾਂ ਦੇ ਕਾਰਨ ਬਾਅਦ ਦੇ ਵਿੱਚ ਗੁਰੂ ਜੀ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ ਸਨ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪੂਰਵ ਖਾਲਸਾ ਕਾਲ ਦੇ ਵਿੱਚ ਵਿਸਥਾਰ ਪੂਰਵਕ ਭੰਗਾਣੀ ਦੇ ਯੁੱਧ ਦੇ ਬਾਰੇ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ, ਜਿਸ ਦੇ ਵਿੱਚ ਪੂਰਵ ਖਾਲਸਾ ਕਾਲ ਦੇ ਵਿੱਚ ਫਸਟ ਹੈ ਸਾਡੇ ਕੋਲ ਭੰਗਾਣੀ ਦਾ ਯੁੱਧ 1688 ਈਸਵੀ ਦੇ ਵਿੱਚ।
ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਯੁੱਧ ਦੇ ਕਾਰਨ ਕੀ ਸਨ। ਪਹਿਲਾ ਹੈ ਕਿ ਗੁਰੂ ਜੀ ਦਾ ਸੈਨਿਕ ਸੰਗਠਨ। ਗੁਰੂ ਜੀ ਨੇ ਖੁੱਲ੍ਹੇਆਮ ਸੈਨਿਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਇਸ ਕਰਕੇ ਉਸ ਸਮੇਂ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਏ ਸਨ। ਸੈਕਿੰਡ ਹੈ ਰਾਜਿਆਂ ਦੇ ਮਾਮਲੇ ਵਿੱਚ ਦਖਲ। ਉਸ ਸਮੇਂ ਕੁਛ ਜਿਹੜੇ ਛੋਟੇ ਰਾਜੇ ਸਨ ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਗੁਰੂ ਜੀ ਦਾ ਮੂਰਤੀ ਪੂਜਾ ਦਾ ਖੰਡਨ। ਗੁਰੂ ਜੀ ਨੇ ਉਸ ਸਮੇਂ, ਕਿਉਂਕਿ ਪਹਾੜੀ ਰਾਜੇ ਪੁਰਾਣੇ ਹਿੰਦੂ ਧਰਮ ਦੇ ਅਨੁਯਾਈ ਸਨ ਔਰ ਮੂਰਤੀ ਪੂਜਾ ਉਹਨਾਂ ਦੇ ਧਰਮ ਦਾ ਮੁੱਖ ਅੰਗ ਸੀ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਉਸ ਸਮੇਂ ਨਫ਼ਰਤ ਕਰਦੇ ਸਨ ਕਿ ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਤਰੀਕੇ ਦੇ ਨਾਲ ਉਸ ਸਮੇਂ ਮੂਰਤੀ ਪੂਜਾ ਹੋਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸਨ ਕਿ ਪਰਮਾਤਮਾ ਨੂੰ ਕਿਸੇ ਵੀ ਰੂਪ ਦੇ ਵਿੱਚ ਸਮਝ ਕੇ ਉਹਨਾਂ ਨੂੰ, ਕਿਉਂਕਿ ਪਰਮਾਤਮਾ ਦਾ ਕੋਈ ਰੂਪ ਆਕਾਰ ਜਾਂ ਕੋਈ ਰੰਗ ਨਹੀਂ ਹੈ, ਇਸ ਕਰਕੇ ਅਸੀਂ ਉਹਨੂੰ ਕਿਸੇ ਦੇ ਰੂਪ ਵਿੱਚ ਮੰਨ ਕੇ ਨਹੀਂ ਪੂਜ ਸਕਦੇ। ਇਸ ਕਰਕੇ ਵੀ ਗੁਰੂ ਜੀ ਦੇ ਵਿਰੁੱਧ ਹੋ ਗਏ ਸਨ ਪਹਾੜੀ ਰਾਜੇ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਨਵ ਉਪਜਿਆ ਪੁਰਸ਼। ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਵ ਉਪਜਿਆ ਪੁਰਸ਼ ਮੰਨਦੇ ਸਨ, ਕਿਉਂਕਿ ਡਾਕਟਰ ਇੰਦੂ ਭੂਸ਼ਣ ਬੈਨਰਜੀ ਦੇ ਅਨੁਸਾਰ ਉਹਨਾਂ ਨੇ ਲਿਖਿਆ ਹੈ ਕਿ ਇਸ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਕਿ ਪਹਾੜੀ ਰਾਜੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਧਾਰਨ ਥਾਂ ਤੋਂ ਉੱਠਿਆ ਵਿਅਕਤੀ ਮਿਲਦੇ ਹਨ, ਕਿਉਂਕਿ ਗੁਰੂ ਜੀ ਇੱਕ ਇਸ ਤਰ੍ਹਾਂ ਦੇ ਧਰਮ ਦੇ ਪ੍ਰਤੀਨਿਧੀ ਸਨ ਕਿ ਜਿਹੜਾ ਖੁੱਲ੍ਹੇ ਵਿਚਾਰਾਂ ਦਾ ਪ੍ਰਚਾਰ ਕਰਦਾ ਸੀ ਉਸ ਸਮੇਂ, ਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਜੱਟ ਸਨ ਜਿਨ੍ਹਾਂ ਨੂੰ ਰਾਜਪੂਤ ਕਿਰਨਾਂ ਦੀ ਨਜ਼ਰ ਨਾਲ ਦੇਖਦੇ ਸਨ ਅਤੇ ਨੀਵੀਂ ਨਸਲ ਦੇ ਬੰਦੇ ਮਿਲਦੇ ਸਨ। ਇਸ ਤਰ੍ਹਾਂ ਉਸ ਸਮੇਂ ਉਚੇਰੇ ਰਾਜਨੀਤਿਕ ਸਮਾਜਿਕ ਵਿਲੱਖਣਤਾ, ਕਬਾਇਲੀ ਹੰਕਾਰ ਆਦਿ ਕਈ ਗੱਲਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਵਿਰੁੱਧ ਸਾਂਝਾ ਮੋਰਚਾ ਬਣਾਉਣ ਲਈ ਪ੍ਰੇਰਿਆ। ਉਸ ਤੋਂ ਬਾਅਦ ਹੈ ਗੁਰੂ ਜੀ ਦੀ ਠਾਠ ਬਾਠ ਕੇ ਗੁਰੂ ਜੀ ਨੇ ਸ਼ਾਹੀ ਤਰੀਕੇ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਪਹਾੜੀ ਰਾਜੇ ਈਰਖਾ ਕਰਦੇ ਸੀ। ਉਸ ਤੋਂ ਬਾਅਦ ਹੈ ਕਿ ਪਹਾੜੀ ਰਾਜ ਵਿੱਚ ਰਹਿ ਕੇ ਗੁਰੂ ਸਾਹਿਬ ਦੀਆਂ ਸਰਗਰਮੀਆਂ, ਕਿਉਂਕਿ ਪਹਾੜੀ ਰਾਜ ਦੇ ਵਿੱਚ ਰਹਿ ਕੇ ਗੁਰੂ ਜੀ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਸਨ, ਜਿਸ ਕਰਕੇ ਪਹਾੜੀ ਰਾਜਿਆਂ ਨੂੰ ਡਰ ਪੈਦਾ ਹੋ ਗਿਆ ਸੀ। ਉਸ ਤੋਂ ਬਾਅਦ ਹੈ ਕਾਰਪੇਟਾ ਲਿਆਉਣ ਵਾਲੇ ਸਿੱਖਾਂ ਨੂੰ ਪਹਾੜੀ ਰਾਜਿਆਂ ਦੁਆਰਾ ਤੰਗ ਕਰਨਾ। ਉਸ ਸਮੇਂ ਕਾਰਪੇਟਾ ਗੁਰੂ ਜੀ ਲਈ ਜਿਹੜੇ ਲਿਆਉਂਦੇ ਸੀ ਤਾਂ ਪਹਾੜੀ ਰਾਜੇ ਉਹਨਾਂ ਨੂੰ ਰਾਸਤੇ ਦੇ ਵਿੱਚ ਲੁੱਟ ਲੈਂਦੇ ਸਨ ਔਰ ਉਹਨਾਂ ਨੂੰ ਤੰਗ ਕਰਦੇ ਸਨ। ਇਸ ਤਰ੍ਹਾਂ ਨੈਕਸਟ ਹੈ ਸਾਡੇ ਕੋਲ ਗੁਰੂ ਸਾਹਿਬ ਨੂੰ ਮਿਲਦੇ ਤੋਹਫਿਆਂ ਨਾਲ ਪਹਾੜੀ ਰਾਜਿਆਂ ਦੀ ਈਰਖਾ। ਉਸ ਸਮੇਂ ਸ਼ਰਧਾਲੂ ਬਹੁਤ ਹੀ ਕੀਮਤੀ ਤੋਹਫੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੰਦੇ ਸਨ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਇੱਕ ਸ਼ਾਨਦਾਰ ਸ਼ਾਮਿਆਨਾ ਸੀ ਜਿਸ ਦੀ ਸ਼ਾਨ ਲਗਭਗ ਸਾਰੇ ਪਹਾੜੀ ਰਾਜਿਆਂ ਦੇ ਸ਼ਾਮਿਆਨੇ ਨਾਲੋਂ ਵੱਧ ਸੀ। ਦੂਸਰਾ ਇੱਕ ਹਾਥੀ ਜੋ ਕਿ ਅਸਾਮ ਦੇ ਰਾਜਾ ਨੇ ਗੁਰੂ ਜੀ ਨੂੰ ਭੇਟ ਕੀਤਾ ਸੀ। ਔਰ ਨੈਕਸਟ ਹੈ ਔਰੰਗਜ਼ੇਬ ਦਾ ਸਮਰਥਨ। ਔਰੰਗਜ਼ੇਬ ਦਾ ਵੀ ਸਮਰਥਨ ਸੀ ਪਹਾੜੀ ਰਾਜਿਆਂ ਨੂੰ। ਉਸ ਤੋਂ ਬਾਅਦ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਇਸ ਲੜਾਈ ਦਾ ਕਾਰਨ ਉਹਨਾਂ ਨੇ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ ਕਿ ਪਾਉਂਟਾ ਸਾਹਿਬ ਵਿੱਚ ਰਹਿੰਦਿਆਂ ਉਹਨਾਂ ਨੇ ਜੰਗਲਾਂ ਦੇ ਵਿੱਚ ਚੁਣ ਕੇ ਸ਼ੇਰ ਮਾਰ ਦਿੱਤੇ ਹਨ ਔਰ ਕਈ ਢੰਗਾਂ ਨਾਲ ਰਿੱਛਾਂ ਅਤੇ ਰੋਜ਼ਾਂ ਦਾ ਵੀ ਸ਼ਿਕਾਰ ਕੀਤਾ ਹੈ। ਇਸ ਕਰਕੇ ਰਾਜਾ ਫਤਿਹ ਸ਼ਾਹ ਉਹਨਾਂ ਨਾਲ ਗੁੱਸੇ ਹੋ ਗਿਆ ਔਰ ਉਸਨੇ ਬਿਨਾਂ ਕਾਰਨ ਦੇ ਲੜਾਈ ਛੇੜ ਦਿੱਤੀ ਹੈ। ਨੈਕਸਟ ਹੈ ਤੁਰੰਤ ਕਾਰਨ। ਤੁਰੰਤ ਕਾਰਨ ਸੀ ਕਿ ਰਾਜਾ ਭੀਮ ਚੰਦ ਆਪਣੇ ਪੁੱਤਰ ਦੀ ਬਰਾਤ ਪਾਉਂਟਾ ਸਾਹਿਬ ਰਾਹੀਂ ਫਤਿਹ ਚੰਦ ਦੇ ਇਲਾਕੇ ਵਿੱਚ ਲਿਜਾਣੀ ਚਾਹੁੰਦਾ ਸੀ। ਇਸ ਕਰਕੇ ਗੁਰੂ ਜੀ ਨੂੰ ਭੀਮ ਚੰਦ ਦੀ ਨੀਅਤ ਤੇ ਸ਼ੱਕ ਸੀ, ਇਸ ਕਰਕੇ ਉਹਨਾਂ ਨੇ ਬਰਾਤ ਪਾਉਂਟਾ ਸਾਹਿਬ ਵਿੱਚੋਂ ਲਿਜਾਣ ਤੇ ਮਨਾ ਕਰ ਦਿੱਤਾ ਸੀਗਾ। ਔਰ ਬਾਅਦ ਦੇ ਵਿੱਚ ਉਸ ਤੋਂ ਬਾਅਦ ਫਤਿਹ ਚੰਦ ਨੇ ਹੋਰਨਾਂ ਰਾਜਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੇਟੀ ਦੇ ਵਿਆਹ ਦੇ ਲਈ ਸੱਦਾ ਦਿੱਤਾ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ 1.25 ਲੱਖ ਰੁਪਏ ਦਾ ਕੀਮਤੀ ਹਾਰ ਤੋਹਫੇ ਦੇ ਲਈ ਉਹਨਾਂ ਨੂੰ ਭੇਜਿਆ ਸੀ, ਲੇਕਿਨ ਉਸ ਸਮੇਂ ਭੀਮ ਚੰਦ ਨੇ ਫਤਿਹ ਚੰਦ ਨੂੰ ਚੇਤਾਵਨੀ ਦਿੱਤੀ ਸੀ। ਬਾਅਦ ਦੇ ਵਿੱਚ ਉਹ ਹਾਰ ਸਵੀਕਾਰ ਨਹੀਂ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਹਮਲਾ ਕਰ ਦਿੱਤਾ ਗਿਆ ਸੀ ਰਾਜ ਭੀਮ ਚੰਦ ਦੀਆਂ ਫੌਜਾਂ ਨੇ, ਲੇਕਿਨ ਉਹ ਬਚ ਕੇ ਕਿਸੇ ਤਰ੍ਹਾਂ ਦੀਵਾਨ ਚੰਦ ਉਹ ਬਿਨਾਂ ਤੋਹਫਾ ਦਿੱਤੇ ਹੀ ਬਚ ਕੇ ਵਾਪਸ ਆ ਗਿਆ ਸੀ। ਉਸ ਤੋਂ ਬਾਅਦ ਘਟਨਾਵਾਂ ਦੀ ਗੱਲ ਕਰਦੇ ਹਾਂ ਅਸੀਂ ਕਿ ਕਿਸ ਤਰ੍ਹਾਂ ਇਹ ਲੜਾਈ ਹੋਈ ਸੀ ਕਿ ਪਹਾੜੀ ਰਾਜਿਆਂ ਦੀ ਸੈਨਾ ਦਾ ਮੁਕਾਬਲਾ ਕਰਨ ਦੇ ਲਈ ਗੁਰੂ ਜੀ ਆਪਣੀ ਸੈਨਾ ਲੈ ਕੇ ਪਾਉਂਟਾ ਸਾਹਿਬ ਤੋਂ ਅੱਗੇ ਵਧੇ ਔਰ ਦੋਹਾਂ ਦੇ ਵਿਚਕਾਰ ਪਹਾੜੀ ਰਾਜੇ ਅਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਲੜਾਈ ਹੋਈ ਸੀ ਔਰ ਇਸ ਲੜਾਈ ਦੇ ਵਿੱਚ ਗੁਰੂ ਜੀ ਜੇਤੂ ਰਹੇ ਸਨ। ਸਭ ਤੋਂ ਪਹਿਲਾਂ ਹੈ ਗੁਰੂ ਜੀ ਦੀ ਜਿੱਤ ਦੇ ਕਾਰਨ, ਜਿਸ ਦੇ ਵਿੱਚ ਹੈ ਕਿ ਸਿੱਖਾਂ ਦੀ ਦ੍ਰਿੜਤਾ ਦੇ ਕਾਰਨ, ਗੁਰੂ ਜੀ ਦੀ ਸੂਝ-ਬੂਝ ਦੇ ਕਾਰਨ ਔਰ ਪੀਰ ਬੁੱਧੂ ਸ਼ਾਹ ਵੱਲੋਂ ਸਹਾਇਤਾ ਮਿਲਣ ਦੇ ਕਾਰਨ ਗੁਰੂ ਗੋਬਿੰਦ ਸਿੰਘ ਜੀ ਇਸ ਦੇ ਵਿੱਚ ਜੇਤੂ ਰਹੇ ਸਨ। ਉਸ ਤੋਂ ਬਾਅਦ ਨੈਕਸਟ ਹੈ ਲੜਾਈ ਦੇ ਨਤੀਜੇ ਕੀ ਨਿਕਲੇ ਸਨ। ਪਹਿਲਾ ਤਾਂ ਕੀ ਸੀ ਕਿ ਭੀਮ ਚੰਦ ਨੂੰ ਗੁਰੂ ਜੀ ਦੀ ਸ਼ਕਤੀ ਦਾ ਗਿਆਨ ਹੋ ਗਿਆ ਸੀ।
ਉਸ ਤੋਂ ਬਾਅਦ ਗੁਰੂ ਜੀ ਦੇ ਆਤਮ ਬਲ ਦੇ ਵਿੱਚ ਬਹੁਤ ਵਾਧਾ ਹੋਇਆ। ਇਸ ਤਰ੍ਹਾਂ ਥਰਡ ਪੁਆਇੰਟ ਹੈ ਸਾਡੇ ਕੋਲ ਨੰਦੌਣ ਦੀ ਲੜਾਈ, ਕਿ ਭਗਾਣੇ ਦੀ ਲੜਾਈ ਤੋਂ ਬਾਅਦ ਨੰਦੌਣ ਦੀ ਲੜਾਈ ਹੋਈ। ਫੋਰਥ ਹੈ ਗੁਰੂ ਜੀ ਨੇ ਕੋਈ ਰਾਜਨੀਤਿਕ ਲਾਭ ਪ੍ਰਾਪਤ ਕਰਨ ਦਾ ਯਤਨ ਨਹੀਂ ਕੀਤਾ, ਉਹਨਾਂ ਨੇ ਕੋਈ ਰਾਜਨੀਤਿਕ ਕੋਈ ਪੋਲੀਟੀਕਲ ਪ੍ਰੋਫਿਟ ਉਹਨਾਂ ਨੇ ਨਹੀਂ ਲਿਆ ਉੱਥੋਂ ਉਸ ਯੁੱਧ ਤੋਂ। ਉਸ ਤੋਂ ਬਾਅਦ ਨੈਕਸਟ ਹੈ ਸਿੱਖਾਂ ਨੂੰ ਆਪਣੀ ਸ਼ਕਤੀ ਦਾ ਅਨੁਭਵ, ਕਿ ਸਿੱਖਾਂ ਨੂੰ ਆਪਣੀ ਸ਼ਕਤੀ ਦਾ ਗਿਆਨ ਹੋ ਗਿਆ ਸੀ, ਉਹਨਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਉਹ ਹਰ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹਨ। ਉਸ ਤੋਂ ਬਾਅਦ ਨੈਕਸਟ ਹੈ ਭੰਗਾਣੀ ਦਾ ਯੁੱਧ, ਆਉਣ ਵਾਲੇ ਯੁੱਧ ਦਾ ਆਰੰਭ, ਕਿ ਭੰਗਾਣੀ ਦੇ ਯੁੱਧ ਤੋਂ ਬਾਅਦ ਹੀ ਆਉਣ ਵਾਲੇ ਯੁੱਧਾਂ ਦਾ ਆਰੰਭ ਹੋਣਾ ਸ਼ੁਰੂ ਹੋ ਗਿਆ ਸੀ। 7 ਪੁਆਇੰਟ ਹੈ ਕਿਲਿਆਂ ਦੀ ਉਸਾਰੀ। ਉਸ ਤੋਂ ਬਾਅਦ ਕਈ ਕਿਲਿਆਂ ਦੀ ਉਸਾਰੀ ਕਰਾਈ ਗਈ, ਮਜ਼ਬੂਤ 4 ਕਿਲੇ ਜਿਨ੍ਹਾਂ ਦੇ ਵਿੱਚੋਂ ਆਨੰਦਗੜ੍ਹ, ਫਤਿਹਗੜ੍ਹ, ਕੇਸਗੜ੍ਹ ਅਤੇ ਲੋਹਗੜ੍ਹ ਕਿਲਿਆਂ ਦੀ ਉਸਾਰੀ ਕਰਵਾਈ ਗਈ ਸੀ। ਉਸ ਤੋਂ ਬਾਅਦ ਨੈਕਸਟ ਹੈ ਇਸ ਲੜਾਈ ਦੀ ਮਹੱਤਤਾ, ਕਿ ਇਸ ਲੜਾਈ ਇਹ ਪਹਿਲੀ ਜਿੱਤ ਸੀ ਸਿੱਖਾਂ ਦੀ, ਔਰ ਇਸ ਲੜਾਈ ਦੇ ਕਾਰਨ ਸਿੱਖਾਂ ਦੇ ਵਿੱਚ ਇੱਕ ਜੋਸ਼ ਭਰ ਗਿਆ ਸੀ ਔਰ ਉਹ ਆਉਣ ਵਾਲੇ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਏ ਸਨ। ਉਸ ਤੋਂ ਬਾਅਦ ਨੈਕਸਟ ਹੈ ਨੰਦੌਣ ਦੀ ਲੜਾਈ 1690 ਈਸਵੀ। ਨੰਦੌਣ ਦੀ ਲੜਾਈ ਦੇ ਕਾਰਨ ਕੀ ਸਨ ਕਿ ਭੰਗਾਣੀ ਦੀ ਲੜਾਈ ਕਰਕੇ ਸਾਰੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਉਹ ਕਰਨ ਲੱਗ ਪਏ ਸਨ, ਔਰ ਇਸ ਕਰਕੇ ਉਹਨਾਂ ਨੇ ਮੁਗਲਾਂ ਨੂੰ ਟੈਕਸ ਦੇਣਾ ਬੰਦ ਕਰ ਦਿੱਤਾ ਸੀ, ਜਿਸ ਕਰਕੇ ਨੰਦੌਣ ਦੀ ਲੜਾਈ ਹੋਈ ਸੀ। ਮੁਗਲ ਸੈਨਾ ਨੇ ਹਮਲਾ ਕੀਤਾ ਸੀ ਪਹਾੜੀ ਰਾਜਿਆਂ ਦੇ ਉੱਪਰ। ਇਸ ਲੜਾਈ ਦੀਆਂ ਘਟਨਾਵਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਉਸ ਸਮੇਂ ਕਰ ਵਸੂਲ ਕਰਨ ਲਈ ਭੇਜਿਆ ਗਿਆ ਪਹਾੜੀ ਰਾਜਿਆਂ ਤੋਂ, ਔਰ ਲੇਕਿਨ ਉਹਨਾਂ ਨੇ ਕਰ ਦੇਣ ਤੋਂ ਮਨਾ ਕਰ ਦਿੱਤਾ ਸੀਗਾ। ਬਾਅਦ ਦੇ ਵਿੱਚ ਗੁਰੂ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਤੋਂ ਸਹਾਇਤਾ ਮੰਗੀ ਸੀ, ਔਰ ਗੁਰੂ ਗੋਬਿੰਦ ਸਿੰਘ ਨੇ ਉਹ ਸਹਾਇਤਾ ਦੇਣੀ ਮੰਨ ਲਈ ਸੀ ਉਹਨਾਂ ਨੇ। ਇਸ ਤਰ੍ਹਾਂ ਉਸ ਸਮੇਂ ਲੜਾਈ ਹੋਈ ਔਰ ਉਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੇਤੂ ਰਹੇ ਸਨ। ਉਸ ਤੋਂ ਬਾਅਦ ਨੈਕਸਟ ਹੈ ਖਾਨਜ਼ਾਦਾ ਦੀ ਮੁਹਿੰਮ 1694 ਈਸਵੀ। ਉਸ ਸਮੇਂ ਕਿਉਂਕਿ ਕੁਝ ਸਮਾਂ ਗੁਰੂ ਗੋਬਿੰਦ ਸਿੰਘ ਨੇ ਸ਼ਾਂਤੀ ਨਾਲ ਗੁਜ਼ਾਰਿਆ ਔਰ ਉਹਨਾਂ ਨੇ ਆਪਣੀ ਸੈਨਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਸੀਗਾ। ਇਸ ਕਰਕੇ ਬਾਅਦ ਵਿੱਚ ਵੱਧਦੀ ਹੋਈ ਤਾਕਤ ਨੂੰ ਦੇਖ ਕੇ ਮੁਗਲ ਸਰਕਾਰ ਗੁਰੂ ਜੀ ਦੀ ਸ਼ਕਤੀ ਨੂੰ ਛੇਤੀ ਕੁਚਲਣ ਬਾਰੇ ਸੋਚਣ ਲੱਗ ਪਈ ਸੀ। ਇਸ ਕਰਕੇ ਉਹਨਾਂ ਨੇ ਦਿਲਾਵਰ ਖਾਂ ਨੇ ਭਾਰੀ ਸੈਨਾ ਦੇ ਕੇ ਆਪਣੇ ਪੁੱਤਰ ਖਾਨਜ਼ਾਦਾ ਰੁਸਤਮ ਖਾਂ ਨੂੰ ਗੁਰੂ ਜੀ ਦੇ ਵਿਰੁੱਧ ਹਮਲਾ ਕਰਨ ਲਈ ਭੇਜਿਆ ਸੀ। ਜਿਵੇਂ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਮੈਕਾਲਿਫ ਨੇ ਲਿਖਿਆ ਹੈ ਕਿ ਔਰੰਗਜ਼ੇਬ ਦੇ ਦੱਖਣ ਵਿੱਚ ਰੁੱਝੇ ਹੋਣ ਕਰਕੇ ਪੰਜਾਬ ਵਿੱਚ ਦਿਲਾਵਰ ਖਾਂ ਨੇ ਸ਼ਕਤੀ ਧਾਰਨ ਕਰ ਲਈ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਦੇਖ ਕੇ ਈਰਖਾ ਦੀ ਅੱਗ ਨਾਲ ਸੜ ਉੱਠਿਆ। ਉਸ ਨੇ ਗੁਰੂ ਜੀ ਪਾਸੋਂ ਕਰ ਵਸੂਲ ਕਰਨ ਲਈ ਆਪਣਾ ਪੁੱਤਰ ਭਾਰੀ ਸੈਨਾ ਨਾਲ ਭੇਜਿਆ। ਜੇ ਗੁਰੂ ਜੀ ਕਰ ਦੇਣ ਤੋਂ ਨਾ ਕਰ ਦਿੰਦੇ ਤਾਂ ਮੁਗਲ ਸੈਨਾ ਨੇ ਆਨੰਦਪੁਰ ਦਾ ਘੇਰਾ ਪਾ ਲੈਣਾ ਸੀ। ਪਰ ਜਿਵੇਂ ਮੈਕਾਲਿਫ ਨੇ ਦਿਲਾਵਰ ਖਾਂ ਬਾਰੇ ਲਿਖਿਆ ਹੈ, ਇਸ ਤਰ੍ਹਾਂ ਪ੍ਰਵਾਨ ਕਰਨਾ ਔਖਾ ਹੈ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਹੁਸੈਨ ਖਾਂ ਦੀ ਮੁਹਿੰਮ 1695 ਈਸਵੀ। ਉਸ ਸਮੇਂ ਜਦੋਂ ਹਾਰ ਕੇ ਬਾਅਦ ਦੇ ਵਿੱਚ ਦਿਲਾਵਰ ਖਾਂ ਦਾ ਪੁੱਤਰ ਉਸ ਸਮੇਂ ਵਾਪਸ ਪਹੁੰਚਿਆ ਤਾਂ ਉਹ ਬੜਾ ਸ਼ਰਮਿੰਦਾ ਸੀਗਾ, ਔਰ ਇਹ ਦੇਖ ਕੇ ਦਿਲਾਵਰ ਖਾਂ ਦੇ ਇੱਕ ਦਾਸ ਨੇ ਗੁਰੂ ਜੀ ਵਿਰੁੱਧ ਲੜਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤਾਂ ਜੋ ਜੀ ਦੀ ਮੁਗਲਾਂ ਦੀ ਅਧੀਨਤਾ ਪ੍ਰਵਾਨ ਕਰ ਸਕੇ। ਇਸ ਤਰ੍ਹਾਂ ਹੁਸੈਨ ਖਾਨ ਨੂੰ ਇੱਕ ਭਾਰੀ ਸੈਨਾ ਦੇ ਕੇ ਗੁਰੂ ਜੀ ਵਿਰੁੱਧ ਭੇਜਿਆ ਸੀ, ਔਰ ਬਾਅਦ ਦੇ ਵਿੱਚ ਉਸ ਸਮੇਂ ਇਸ ਮੁਹਿੰਮ ਦੇ ਵਿੱਚ ਵੀ ਹੁਸੈਨ ਖਾਂ ਉਹ ਸਫਲ ਨਹੀਂ ਹੋ ਪਾਇਆ ਸੀ। ਉਸ ਤੋਂ ਬਾਅਦ ਨੈਕਸਟ ਹੈ ਜੁਝਾਰ ਸਿੰਘ ਰਾਜਪੂਤ ਦੀ ਮੁਹਿੰਮ। ਹੁਸੈਨ ਖਾਂ ਦੀ ਅਸਫਲਤਾ ਨਾਲ ਦਿਲਾਵਰ ਖਾਂ ਨੂੰ ਹੋਰ ਵੀ ਗੁੱਸਾ ਆਇਆ ਸੀ, ਔਰ ਉਸਨੇ ਇੱਕ ਭਾਰੀ ਮੁਹਿੰਮ ਇੱਕ ਭਾਰੀ ਸੈਨਾ ਦੇ ਨਾਲ ਉਸ ਸਮੇਂ ਉਹ ਆਪਣੀ ਇੱਕ ਭਾਰੀ ਸੈਨਾ ਦੇ ਨਾਲ ਉਹ ਗਿਆ, ਔਰ ਉਸ ਤੋਂ ਬਾਅਦ ਉਸਨੇ ਇਸ ਸੈਨਾ ਦੇ ਵਿੱਚ ਜੁਝਾਰ ਸਿੰਘ ਰਾਜਪੂਤ ਉਹ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਨਹੀਂ ਪਾਇਆ ਸੀਗਾ। ਉਸ ਤੋਂ ਬਾਅਦ ਹੈ ਨੈਕਸਟ ਸ਼ਹਿਜ਼ਾਦਾ ਮੁਅਜ਼ਮ ਖਾਂ ਦੀ ਮੁਹਿੰਮ 1696 ਈਸਵੀ। ਇੱਕ ਇਹ ਵੀ ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ ਰਾਜਕੁਮਾਰ ਨੇ ਮਿਰਜ਼ਾ ਬੇਗ ਨੂੰ ਪਹਾੜੀ ਰਾਜਿਆਂ ਵਿਰੁੱਧ ਇਸ ਲਈ ਭੇਜਿਆ ਸੀ ਕਿ ਉਹ ਹਰ ਵਾਰੀ ਗੁਰੂ ਗੋਬਿੰਦ ਸਿੰਘ ਨਾਲ ਗਦਾਰੀ ਕਰਦੇ ਸਨ ਔਰ ਖਾਲਸੇ ਦੇ ਵੀ ਵੈਰੀ ਸਨ। ਇਸ ਤਰ੍ਹਾਂ ਕਰਕੇ ਸ਼ਹਿਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਵੱਲ ਕਰ ਲੈਣਾ ਚਾਹੁੰਦਾ ਸੀ ਤਾਂ ਜੋ ਜੇ ਉੱਤਰਾਧਿਕਾਰ ਲਈ ਔਰੰਗਜ਼ੇਬ ਦੇ ਪੁੱਤਰਾਂ ਵਿਚਕਾਰ ਲੜਾਈ ਹੋਵੇ ਤਾਂ ਗੁਰੂ ਸ਼ਹਿਜ਼ਾਦਾ ਮੁਅਜ਼ਮ ਦੀ ਸਹਾਇਤਾ ਕਰ ਸਕਣ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹਿਜ਼ਾਦਾ ਮੁਅਜ਼ਮ ਬਹਾਦਰ ਸ਼ਾਹ ਦੇ ਮਿੱਤਰਤਾ ਭਰੇ ਸੰਬੰਧ ਇਹਨਾਂ ਵਿਚਾਰਾਂ ਦੇ ਵੀ ਪੁਸ਼ਟੀ ਕਰ ਦਿੰਦੇ ਹਨ। ਤਾਂ ਇਸ ਤਰ੍ਹਾਂ ਉਮੀਦ ਹੈ ਵਿਦਿਆਰਥੀਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਬਾਰੇ ਜਾਣਕਾਰੀ ਮਿਲੀ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਧੰਨਵਾਦ।